ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੂ ਸੁਲਤਾਨ ਕਹਾਂ ਹੋ ਮੀਆਂ, ਤੇਰੇ ਕਵਨ ਵਡਾਈ। ਜੋ ਤੂੰ ਦੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨ ਜਾਈ। ਤੇਰੇ ਗੁਣ ਗਾਵਾਂ ਤੇਰੇ ਗੁਣ ਗਾਵਾਂ ਦੇਹ 부ਜਾਈ। ਜੈਸੇ ਸੱਚ ਮੇਂ ਰਹੋ ਰਜਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਰਹਿਮਤ ਆਪ ਜੀ ਤੇ ਸਾਰੀ ਸੰਗਤ ਤੇ ਹੋਈ ਹੈ, ਜੋ ਕਿ ਅੰਮ੍ਰਿਤ ਵੇਲੇ ਦੇ ਜਾਗਣੇ ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਤੁਹਾਡੀ ਝੋਲੀ ਵਿੱਚ ਪਾਏ ਹਨ। ਔਰ ਇਸ ਸਮੇਂ ਨੂੰ ਆਪ ਸਵਾਸਾਂ ਦੀ ਪੂੰਜੀ ਨੂੰ ਸਫਲਾ ਕਰ ਰਹੇ ਹੋ। ਬਹੁਤ ਵੱਡੀ ਬਾਤ ਹੈ ਜੋ ਅੰਮ੍ਰਿਤ ਵੇਲੇ ਜਾਗ ਕੇ ਸਤਿਗੁਰਾਂ ਦੀ ਬਾਣੀ ਨਾਲ ਜੁੜਦੇ ਹੋ। ਬਾਬਾ ਨੰਦ ਸਿੰਘ ਜੀ ਦਾ ਬਚਨ ਹੈ, ਬੜਾ ਕੀਮਤੀ ਬਚਨ ਹੈ। ਜਿਹੜਾ ਕੋਈ ਸਰੀਰ ਅੰਮ੍ਰਿਤ ਵੇਲੇ ਜਾਗ ਕੇ ਧਿਆਨ ਦੇਣਾ, ਕੋਈ ਸਰੀਰ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਉਸ ਪਰਮਾਤਮਾ ਦੀ ਸਿਫਤ ਨਾਲ ਜੁੜਦਾ ਹੈ, ਇਸ ਤਰ੍ਹਾਂ ਮਾਨੋ ਜਿਸ ਤਰ੍ਹਾਂ ਉਹਨੇ ਇੱਕ ਸ਼ੇਰ ਦਾ ਸ਼ਿਕਾਰ ਕਰ ਲਿਆ ਹੈ। ਭਾਵ ਕਿ ਇਤਨੀ ਵੱਡੀ ਬਖਸ਼ਿਸ਼ ਹੈ ਜੋ ਤੁਹਾਡੀ ਸਾਰਿਆਂ ਦੀ ਝੋਲੀ ਵਿੱਚ ਮੈਂ ਸਮਝਣਾ ਰੋਜ਼ ਪੈ ਰਹੀ ਹੈ। ਤੋ ਆਓ, ਚੱਲ ਰਹੀ ਲੜੀਵਾਰ ਸ੍ਰੀ ਜਪੁਜੀ ਸਾਹਿਬ ਦੀ ਵਿਚਾਰ ਨਾਲ ਅਸੀਂ ਜੁੜਨ ਦਾ ਯਤਨ ਕਰੀਏ। ਜੇ ਮਨ ਕਿੱਧਰ ਇੱਧਰ ਉੱਧਰ ਭੱਜ ਰਿਹਾ ਹੈ, ਮਨ ਨੂੰ ਆਵਾਜ਼ ਮਾਰੋ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। 12 ਪੌੜੀਆਂ ਦੀ ਅਸੀਂ ਵਿਚਾਰ ਸਾਂਝ ਕੀਤੀ ਸੀ। 13ਵੀਂ ਪੌੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਬਖਸ਼ਿਸ਼ ਕਰਦੇ ਹਨ। ਨਮਸਤੰ ਨਿਰਤਾਪੇ। ਹੇ ਪਰਮਾਤਮਾ, ਤੂੰ ਤਾਪ ਤੋਂ ਰਹਿਤ ਹੈ, ਮੈਂ ਤੈਨੂੰ ਨਮਸਕਾਰ ਕਰਦਾ ਵਾਂ। ਪਰਮਾਤਮਾ ਨੂੰ ਕੋਈ ਕਿਸੇ ਤਰ੍ਹਾਂ ਦਾ ਤਾਪ ਨਹੀਂ ਹੈ। ਸਾਨੂੰ ਤਾਪ ਚੜ੍ਹੇ ਰਹਿੰਦੇ ਨੇ। ਰੋਜ਼ ਅਰਦਾਸ ਤੋਂ ਪਹਿਲਾਂ ਅਸੀਂ ਇੱਕ ਸ਼ਲੋਕ ਵੀ ਪੜ੍ਹਨੇ ਹਾਂ। ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ, ਤਾਕੋ ਬਿਗਨ ਨਾ ਕਉ ਲਾਗੇ, ਜਾਂ ਕੀ ਪ੍ਰਭ ਆਗੇ ਅਰਦਾਸ। ਸਾਨੂੰ ਤੁਹਾਨੂੰ ਕਿਸੇ ਨਾ ਕਿਸੇ ਨੂੰ ਇਹ 3 ਤਾਪਾਂ ਦੇ ਵਿੱਚ, ਜਿਸ ਤਰ੍ਹਾਂ ਆਦ ਵਿਆਦ ਤੇ ਉਪਾਦ, ਕਿਸੇ ਨੂੰ ਮਾਨਸਿਕ ਰੋਗ ਹੈ, ਕਿਸੇ ਨੂੰ ਸਰੀਰ ਦਾ ਰੋਗ ਹੈ, ਕਿਸੇ ਨੇ ਹੋਰ ਝਗੜਿਆਂ ਦੇ ਰੋਗ,
ਦੁਨਿਆਵੀ ਝਮੇਲਿਆਂ ਦੇ ਰੋਗ ਆਪਣੇ ਸਿਰ ਤੇ ਪਾਏ ਨੇ, ਜਿਨ੍ਹਾਂ ਨੂੰ 3 ਤਾਪ ਕਹਿੰਦੇ ਨੇ, ਔਰ ਇਹਦੇ ਵਿੱਚ ਹਰ ਕੋਈ ਗ੍ਰਸਤ ਹੈ। ਮੇਰੇ ਸਮੇਤ ਕਿਸੇ ਨੂੰ ਜਨਮ ਤੋਂ ਹੀ ਕੋਈ ਦੇਖੋ ਮਾਨਸਿਕ ਰੋਗੀ ਹੁੰਦਾ ਹੈ, ਉਹਦਾ ਕੋਈ ਕਸੂਰ ਨਹੀਂ, ਕੋਈ ਉਹਨੇ ਸੰਸਾਰ ਵਿੱਚ ਆ ਕੇ ਮਾੜਾ ਕਰਮ ਨਹੀਂ ਕੀਤਾ। ਹੁਣ ਕੋਈ ਇੱਕ ਬੱਚਾ ਪੈਦਾ ਹੁੰਦਾ ਹੈ, ਅਗਰ ਉਹ ਲੰਗੜਾ ਲੂਲਾ ਹੈ, ਮੰਦ ਬੁੱਧੀ ਹੈ, ਉਸ ਬੱਚੇ ਦਾ ਕੀ ਕਸੂਰ ਹੈ? ਪਰ ਉਹਦੇ ਪਿਛਲੇ ਕਰਮ ਨੇ, ਉਹ 3 ਤਾਪ, ਉਹ ਆਦ ਵਿਆਦ ਤੇ ਉਪਾਦ ਦੇ ਜਿਹੜੇ ਰੋਗ ਨੇ ਆਦ ਦੇ, ਉਹ ਉਸ ਕਰਮਾਂ ਅਨੁਸਾਰ ਇਸ ਸੰਸਾਰ ਵਿੱਚ ਭੁਗਤਾ ਹੈ। ਪਰ ਕਮਾਲ ਦੀ ਗੱਲ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਹੇ ਪਰਮਾਤਮਾ, ਜਦ ਮੈਂ ਤੇਰੇ ਵੱਲ ਵੇਖਣਾ ਵਾਂ, ਤੈਨੂੰ ਕੋਈ ਕਿਸੇ ਤਰ੍ਹਾਂ ਦਾ ਤਾਪ ਨਹੀਂ ਹੈ, ਤੇ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਤੂੰ ਨਿਰਤਾਪੇ ਵੀ ਹੈ, ਭਾਵ ਕਿ ਤੂੰ ਤਾਪਾਂ ਤੋਂ ਰਹਿਤ ਹੈ। ਸਾਨੂੰ ਕੋਈ ਨਾ ਕੋਈ ਰੋਗ ਚਮੜੇ ਹੋਏ ਨੇ, ਕੋਈ ਇਸ ਟਾਈਮ ਹਸਪੀਟਲਾਂ ਵਿੱਚ ਕਿਸੇ ਨੂੰ ਕਿਸੇ ਤਰ੍ਹਾਂ ਦਾ ਰੋਗ ਹੈ, ਕੋਈ ਕਿਸ ਤਰ੍ਹਾਂ ਤੋਂ ਪੀੜਤ ਹੈ। ਪਰਮਾਤਮਾ ਤੂੰ ਨਿਰਤਾਪੇ ਹੈ, ਤੂੰ ਤਾਪ ਤੋਂ ਰਹਿਤ ਹੈ। ਇਸ ਕਰਕੇ ਮੈਂ ਤੈਨੂੰ ਨਮਸਕਾਰ ਕਰਦਾ ਵਾਂ। ਨਮਸਤੰ ਅਥਾਪੇ, ਹੇ ਪਰਮਾਤਮਾ, ਤੈਨੂੰ ਥਾਪਿਆ ਨਹੀਂ ਜਾ ਸਕਦਾ। ਇਹ ਤੇ ਸਾਡੇ ਕਈ ਅਣਜਾਣ ਪੁਣੇ ਵਿੱਚ ਇੱਕ ਰੱਬ ਦੀ ਮੂਰਤ ਬਣਾ ਕੇ, ਮੂਰਤੀ ਬਣਾ ਕੇ ਮੰਦਰ ਵਿੱਚ ਉਹਨੂੰ ਸਥਾਪਨਾ ਕਰਦੇ ਨੇ, ਤੇ ਉਹਨੂੰ ਸਥਾਪਨਾ ਦਿਵਸ ਬੋਲਦੇ ਨੇ ਕਿ ਅੱਜ ਰੱਬ ਦੀ ਇੱਥੇ ਸਥਾਪਨਾ ਹੋਏਗੀ। ਉਹ ਰੱਬ ਕੋਈ ਇੱਕ ਮੂਰਤ ਥੋੜੀ ਹੈ ਜਿਹਨੂੰ ਤੁਸੀਂ ਸਥਾਪਨ ਕਰ ਦੋਗੇ। ਉਹ ਤੇ ਰੋਜ਼ ਪੜ੍ਹਦੇ ਆ, ਹੁਣੇ ਪੜ੍ਹਿਆ ਵੀ, ਇਹ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਤਾਂ ਆਪਣੇ ਆਪ ਵਿੱਚ ਪੈਦਾ ਹੋਇਆ ਹੈ, ਉਹਨੂੰ ਕੋਈ ਇੱਕ ਮੂਰਤ ਦੇ ਵਿੱਚ ਅਸੀਂ ਜਾਂ ਇੱਕ ਮੰਦਰ ਵਿੱਚ ਬੰਨ੍ਹ ਕੇ ਨਹੀਂ ਰੱਖ ਸਕਦੇ। ਉਹ ਪਰਮਾਤਮਾ ਸਥਾਪਨਾ ਤੋਂ ਰਹਿਤ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਜਦ ਹੈ ਪਰਮਾਤਮਾ ਮੈਂ ਤੇਰੇ ਵੱਲ ਵੇਖਣਾ ਵਾਂ, ਤੈਨੂੰ ਕੋਈ ਸਰੀਰ ਥਾਪ ਨਹੀਂ ਸਕਦਾ, ਤੇ ਇਸ ਕਰਕੇ ਤੂੰ ਅਥਾਪੇ ਹੈ। ਨਮਸਤੰ ਅਥਾਪੇ, ਮੈਂ ਤੈਨੂੰ ਨਮਸਕਾਰ ਕਰਦਾ ਵਾਂ ਕਿ ਤੂੰ ਥਾਪਿਆ ਨਹੀਂ ਜਾ ਸਕਦਾ। ਨਮਸਤੰ ਤਿਰਮਾਨੇ, ਹੇ ਪਰਮਾਤਮਾ, ਤੈਨੂੰ ਹਰ ਕੋਈ ਮੰਨਦਾ ਹੈ। ਤਿਰਮਾਨੇ, ਬ੍ਰਹਮਾ ਵੀ, ਵਿਸ਼ਨੂੰ ਵੀ, ਮਹੇਸ਼ ਵੀ, ਜਿਨ੍ਹਾਂ ਨੇ ਰੱਬ ਮੰਨੇ ਨੇ, ਪਰ ਉਹ ਦਰਅਸਲ ਰੱਬ ਨਹੀਂ ਨੇ। ਉਹ ਤੇ ਪਰਮਾਤਮਾ ਦੇ ਬਣਾਏ ਹੋਏ ਜੀਵ ਨੇ। ਉਹ ਹਰ ਯੁਗਾਂ ਦੇ ਵਿੱਚ ਹਰ ਸਮੇਂ ਉਹ ਪਰਮਾਤਮਾ ਨੇ ਪੈਦਾ ਕੀਤੇ ਨੇ। ਪਰ ਕਮਾਲ ਦੀ ਗੱਲ ਹੈ, ਇਹ ਵੀ ਤੈਨੂੰ ਹੀ ਮੰਨਦੇ ਨੇ। ਇਹਨਾਂ ਨੂੰ ਵੀ ਚਲਾਉਣ ਵਾਲਾ ਤੂੰ ਹੀ ਹੈ। ਜਿਵ ਤਿਸ ਭਾਵੈ ਤਿਵੇਂ ਚਲਾਵੇ, ਜਿਵ ਹੋਵੇ ਫੁਰਮਾਨ। ਇਹ ਪਰਮਾਤਮਾ, ਜਿਸ ਤਰ੍ਹਾਂ ਤੇਰਾ ਫੁਰਮਾਨ ਹੁਕਮ ਹੁੰਦਾ, ਆਰਡਰ ਹੁੰਦਾ, ਉਸ ਤਰ੍ਹਾਂ ਇਹ ਚੱਲਦੇ ਨੇ। ਭਾਵ ਕਿ ਤੈਨੂੰ ਬ੍ਰਹਮਾ ਵੀ ਮੰਨ ਰਿਹਾ ਹੈ, ਪੂਜਦਾ ਹੈ, ਵਿਸ਼ਨੂੰ ਵੀ, ਮਹੇਸ਼ ਵੀ, ਰਜੋ ਤਮੋ ਸਤੋ ਸਾਰੇ ਗੁਣ। ਔਰ ਇੱਥੋਂ ਤੱਕ ਹੈ ਪਰਮਾਤਮਾ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਤੈਨੂੰ ਮਾਤਰ ਲੋਕ ਵਿੱਚ, ਦੇਵ ਲੋਕ ਵਿੱਚ, ਤੇ ਉਸ ਪਾਤਾਲ ਲੋਕ ਵਿੱਚ ਵੀ ਹੈ ਪਰਮਾਤਮਾ, ਸਾਰੇ ਤੈਨੂੰ ਹੀ ਮੰਨਦੇ ਨੇ। ਇਸ ਕਰਕੇ ਮੈਂ ਤੈਨੂੰ ਨਮਸਕਾਰ ਕਰਦਾ ਵਾਂ। ਨਮਸਤੰ ਤਿਰਮਾਨੇ, ਤੂੰ ਸਾਰੇ ਤੈਨੂੰ ਮੰਨਦੇ ਨੇ। ਭਾਵ ਕੋਈ ਸੰਸਾਰ ਦੇ ਵਿੱਚ ਜੀਵ ਜੰਤੂ, ਓਲੀਆ, ਦੇਵੀ ਦੇਵਤੇ, ਕੋਈ ਵੀ ਹਨ, ਸਾਰੇ ਤੈਨੂੰ ਮੰਨਦੇ ਹਨ। ਨਮਸਤੰ ਨਿਧਾਨੇ, ਨਿਧਾਨ ਖਜ਼ਾਨੇ ਦਾ ਨਾਮ ਹੈ। ਤੂੰ ਸਾਰੇ ਖਜ਼ਾਨਿਆਂ ਦਾ ਮਾਲਕ ਹੈ। ਅਸੀਂ ਤੇ ਕੁਝ ਚੰਦ ਪ੍ਰਾਪਰਟੀਆਂ ਦੇ ਮਾਲਕ ਹਾਂ ਨਾ। ਅਸੀਂ ਤੇ ਕਈ ਧੋਖੇ ਨਾਲ ਵੀ ਲਈਆਂ ਹੋਈਆਂ ਨੇ। ਠੀਕ ਹੈ, ਸਾਡੇ ਨਾਮ ਰਜਿਸਟਰੀਆਂ ਹੋਣਗੀਆਂ, ਪਰ ਸਾਡੇ ਜਾਣ ਤੋਂ ਬਾਅਦ ਸਾਡੇ ਨਾਮ ਵੀ ਮੁੱਕ ਜਾਣਗੇ, ਸਾਡੇ ਖਜ਼ਾਨੇ ਵੀ ਮੁੱਕ ਜਾਣਗੇ। ਕੋਈ ਵੀ ਬੰਦਾ ਦੱਸੋ, ਜਦੋਂ ਸੰਸਾਰ ਵਿੱਚੋਂ ਜਾਂਦਾ ਹੈ, ਮੇਰੇ ਸਮੇਤ, ਕੋਈ ਵੀ ਇੱਥੇ ਦੀ ਕੀਤੀ ਹੋਈ ਵਸਤੂ, ਸੰਸਾਰਿਕ ਮਾਇਕ ਪਦਾਰਥਾਂ ਦੀ ਕੋਈ ਨਾਲ ਲੈ ਕੇ ਨਹੀਂ ਜਾਂਦਾ, ਕੋਈ ਵੀ ਨਹੀਂ ਲੈ ਕੇ ਜਾਂਦਾ। ਇਹ ਸਾਰੇ ਖਜ਼ਾਨੇ ਇੱਥੇ ਹੀ ਛੱਡ ਜਾਂਦੇ ਨੇ। ਪਰ ਹੇ ਪਰਮਾਤਮਾ, ਤੂੰ ਸਾਰਿਆਂ ਖਜ਼ਾਨਿਆਂ ਦਾ ਤੂੰ ਹੀ ਮਾਲਕ ਹੈ। ਭਾਵੇਂ ਅਸੀਂ ਆਪਣੇ ਨਾਮ ਕਰਾ ਲਈਆਂ ਨੇ ਚੀਜ਼ਾਂ, ਪਰ ਮਾਲਕ ਤੇ ਮਾਲਕਾਨਾ ਹੱਕ ਤੇ ਤੇਰੇ ਕੋਲ ਹੀ ਰਹਿਣਾ ਹੈ।
ਇਹ ਤੇ ਸਾਡੇ ਮਨ ਦੀਆਂ ਤਸੱਲੀਆਂ ਨੇ ਕਿ ਇਹ ਚੀਜ਼ ਮੇਰੀ ਹੈ, ਫਲਾਣਾ ਮੇਰੀ ਹੈ। ये तो बस इतना समझो 4 दिन अपनी नौबत चले बजाए, इतनक खटिया गठिया मठिया संग न कछ लै जाए। महाराज कहते हैं कबीर साहब कुछ नाल नहीं लैके जाते, ये तो 4 दिन की नौबत है, शान शौकत है, ये सब खजाने इत्थे रह जाते हैं। दसो कोई लैके गया कारू वर्गे इतनी माया कट्ठी 40 गंज माया कट्ठी करके नाल नहीं गया। ये सारे खजानिਆਂ ਦਾ मालक कौन होया? वो रब ही तो है। इस करके नमस्तंग निदाने, तू सारे खजानिਆਂ ਦਾ रिद्धियां सिद्धियां सारियां तेरे कोल ने। अगर कोई रिद्धि सिद्धि भी कोई दिखाता है तो हे परमात्मा सारे वो खजाने तेरे कोल ही ने। मैं तैनूं इस करके नमस्कार करदा वां। 14वीं पौड़ी विच नमस्तंग अगाहे, तू गाया नहीं जा सकता, तू बड़ा ही गहर गंभीर है, तेरियां डूंघाइयां तक कोई नहीं जा सकता। बंदा तो समुंदर दे थोड़ा नीवें हो के सोच लैंदा कि मैं उहदी गहराई पा ली है, उहदी डूंघाई पा ली है, या उत्ते चांद तक चला गया, वो समझदा मैं उहदी परमात्मा नूं काफ़ी देख लिया, पर वो अगाहे है, उन्होंने गाया नहीं जा सकता। वो तो समझो कि जितना तुसी खोजोगे तो उन्हें मुकना नहीं है। कई साइंटिस्ट आए, कई विद्वान आए, उस दियां विचारां कर करके चले गए, पर वो परमात्मा तैनूं गाया नहीं जा सकता, तेरी डूंघाई नूं कोई दसिया नहीं जा सकता। इस करके मैं तैनूं नमस्कार करदा वां। नमस्तंग अबाहे, ये अखर बार बार रिपीट होया क्योंकि मैं पहला बेनती की सी, जाप का मतलब ही है कई चीज़ां बार बार आणगियां। अबाहे उस परमात्मा दियां कोई बावां नहीं ने, वो अंगां तो रहत है। ये तो असी कह देना ना परमात्मा की इस तरह मूरत है। मैं पहला भी जिक्र करता आ रहा कि परमात्मा एक जोत है, जोत का कोई रूप नहीं हुंदा, तो उस करके ओदियां बावां तो रहत है परमात्मा। इस करके गुरु साहब कहते हैं मैं तैनूं नमस्कार करदा वां। नमस्तंग तिरभरगे, हे परमात्मा तू तिन्ना लोकां विच तू ही तो वरत रहा है। ये नहीं है कि इत्थे वरत रहा है तो दूजी कंट्रियां विच नहीं वरत रहा, दूजे लोकां विच नहीं, सब लोकां विच तू ही वरत रहा है। इस करके मैं तैनूं नमस्कार करदा वां। नमस्तंग असरगे, हे परमात्मा असरगे, सर्ग हुंदा जिस तरह संसार, तू संसार तो रहत है। भावें तू संसार बनाया वे, पर तू संसार दे विच हुंदियां होइयां भी निर्लेप है। असी ते सब संसार दे विच जकड़े हुए हैं कि संसार नूं खुश कर लईए, ये संसार इस तरह है, वो है, पर परमात्मा तू संसार तो रहत है। भावें तू बनाया है, तू विच भी है, पर आप लिबड़िया नहीं होया। इस करके नमस्तंग असरगे, मैं तैनूं नमस्कार करदा वां। 15वीं पौड़ी नमस्तंग पर भोगे, नमस्तंग पर भोगे, तू सारे पदार्थां नूं भोगण वाला है, पर भोगदे होए उहदे विच लिबड़दा नहीं है। साडे मनुख दी की कमी रह गई? संसार विच परमात्मा ने सानू ये सारे पदार्थ भोगण वास्ते दिते ने, बई भोगो ते बस। असी वो भोगन दे विच ही लिबड़ गए, असी वो मैं मेरी विच आ गए, ये पदार्थ मेरे हो गए ने। असी समझते हैं कि ये पदार्थां विचों ही असी रब नूं भुल गए, जिन्हों महाराज कहते ने दात प्यारी विसरिया दतारा। पर जिहड़े नाम जपण वाले गुरमुख होंदे ने, ध्यान देना, जिहड़े भगत जन होंदे ने ना, वो ये भोगां दी बिरती तो उच्चे उठ के परमात्मा नूं जपदे ने। फिर ध्यान देना, असी भोगां दे विच खचत हो के या नहीं ने उहदे चिंता दे विच जीने आ, जां होंदे ने उहदे लुत्फ विच जीने आ। साडे कोल पदार्थ ने ना, असी उहदे विच मस्त होके जीने आ। अच्छियां कोठियां मिल गईयां, अच्छे घर मिल गए, सवेरे जागना ही भुल गए, पदार्थां विच लीन हो गए। ते या नहीं ने उहदी चिंता विच असीं आ।
ਪਰ ਜਿਹੜੇ ਭਗਤ ਜਨ ਨੇ ਨਾ, ਉਹ ਇਹ ਪਦਾਰਥ ਹੁੰਦੇ ਹੋਏ ਵੀ, ਹੁਣ ਭਗਤ ਪੀਪਾ ਜੀ ਰਾਜੇ ਸਨ, ਇਤਨਾ ਕੁਛ ਹੁੰਦੇ ਹੋਏ ਪਦਾਰਥਾਂ ਤੋਂ ਬਿਰਤੀ ਨੂੰ ਉੱਤੇ ਲੈ ਗਏ। ਬਈ ਇਹ ਤੇ ਸਭ ਬਿਨਸ ਜਾਣੇ ਨੇ, ਤੇ ਫਿਰ ਉਹ ਪ੍ਰਭੋਗੇ ਮੰਨੇ ਜਾਂਦੇ ਨੇ ਕਿ ਸਾਰੇ ਪਦਾਰਥਾਂ ਨੂੰ ਭੋਗਣ ਵਾਲੇ ਨੇ, ਪਰ ਪਰਮਾਤਮਾ ਹੈ ਭੋਗਦਿਆਂ ਹੋਇਆਂ ਵੀ ਉਹਦੇ ਵਿੱਚ ਨਿਰਲੇਪ ਰਹਿੰਦਾ ਹੈ। ਤਾਂ ਮਹਾਰਾਜ ਕਹਿੰਦੇ ਨੇ ਇਸ ਕਰਕੇ ਹੇ ਪਰਮਾਤਮਾ ਮੈਂ ਤੈਨੂੰ ਨਮਸਕਾਰ ਕਰਦਾ ਵਾਂ। ਨਮਸਤੰ ਸੁਜੋਗੇ। ਸੁਜੋਗੇ, ਜੋਗ ਹੁੰਦਾ ਜੁੜਨਾ। ਪਰਮਾਤਮਾ ਸੰਸਾਰ ਵਿੱਚ ਸਭ ਨਾਲ ਜੁੜਿਆ ਹੋਇਆ ਹੈ। ਮੈਂ ਅਕਸਰ ਬੇਨਤੀ ਕਰਨਾ, ਤੁਹਾਡੇ ਘਰ ਦਾ ਜਿਹਨੇ ਫਰਨੀਚਰ ਬਣਾਇਆ ਹੋਏਗਾ ਨਾ, ਬਣਾਉਣ ਤੋਂ ਬਾਅਦ ਤੁਹਾਨੂੰ ਕਰਤੇ ਦਾ ਪਤਾ ਨਹੀਂ ਹੋਏਗਾ ਕਿ ਫਰਨੀਚਰ ਕਿੰਨੇ ਬਣਾਇਆ, ਔਰ ਸ਼ਾਇਦ ਫਰਨੀਚਰ ਬਣਾਉਣ ਵਾਲੇ ਨੂੰ ਵੀ ਨਹੀਂ ਪਤਾ ਹੋਏਗਾ ਮੇਰਾ ਫਰਨੀਚਰ ਕਿੱਥੇ ਵੇ। ਪਰ ਪਰਮਾਤਮਾ ਨੇ ਸਾਨੂੰ ਬਣਾ ਕੇ, ਖਲਕਤ ਨੂੰ ਬਣਾ ਕੇ ਖਲਕਤ ਤੋਂ ਪਾਸੇ ਨਹੀਂ ਹੋ ਗਿਆ। ਉਹ ਖਾਲਕ ਖਲਕ, ਖਲਕ ਮੈਂ ਖਾਲਕ, ਉਹ ਖਲਕ ਦੇ ਵਿੱਚ ਹੀ ਹੈ, ਜਿਹਨੂੰ ਕਹਿੰਦੇ ਨੇ ਕਰਤਾ ਪੁਰਖ। ਉਹ ਪੁਰਖ ਹੁੰਦਾ ਜਿਹੜਾ ਵਸਿਆ ਹੋਇਆ ਵਿੱਚ, ਉਹ ਕਰਤਾ ਕਿੱਥੇ ਬਾਹਰ ਨਹੀਂ ਹੈ। ਤੇ ਮਹਾਰਾਜ ਕਹਿੰਦੇ ਨੇ ਇਸ ਕਰਕੇ ਤੂੰ ਪਰਮਾਤਮਾ ਸੁਜੋਗੇ ਹੈ, ਤੂੰ ਜੁੜਿਆ ਹੋਇਆ ਸਭ ਦੇ ਨਾਲ, ਮੈਂ ਤੈਨੂੰ ਨਮਸਕਾਰ ਕਰਦਾ ਵਾਂ। ਨਮਸਤੰ ਆਰੰਗੇ, ਤੂੰ ਰੰਗਾਂ ਤੋਂ ਵੀ ਰਹਿਤ ਹੈ। ਕੋਈ ਕਵੇ ਬਈ ਪਰਮਾਤਮਾ ਦਾ ਕੋਈ ਇਸ ਤਰ੍ਹਾਂ ਦਾ ਵਿਸ਼ੇਸ਼ ਰੰਗ ਹੈ, ਉਹ ਲਾਲ ਰੰਗ ਦਾ ਹੈ, ਉਹ ਨੀਲੇ ਰੰਗ ਦਾ ਹੈ, ਪੀਲੇ ਰੰਗ ਦਾ ਹੈ, ਚਿੱਟੇ ਰੰਗ ਦਾ ਹੈ। ਹੁਣ ਕੋਈ ਕਾਲੇ ਹੋਣ, ਨੀਗਰੋ ਹੋਣ, ਉਹ ਕਹਿਣ ਕਿ ਰੱਬ ਕਾਲੇ ਰੰਗ ਦਾ ਹੈ। ਕੋਈ ਗੋਰੇ ਕਹਿਣ ਕਿ ਰੱਬ ਤੇ ਚਿੱਟੇ ਰੰਗ ਦਾ ਹੈ। ਪਰ ਹੇ ਪਰਮਾਤਮਾ ਤੂੰ ਰੰਗਾਂ ਤੋਂ ਰਹਿਤ ਹੈ। ਰੰਗ ਸਾਰੇ ਤੇਰੇ ਬਣਾਏ ਨੇ, ਪੀਲਾ, ਨੀਲਾ, ਹਰਾ, ਲਾਲ, ਸਭ ਤੇਰੇ ਰੰਗ ਨੇ। ਪਰ ਕਮਾਲ ਦੀ ਗੱਲ ਹੈ ਤੂੰ ਰੰਗਾਂ ਤੋਂ ਰਹਿਤ ਹੈ, ਕਿਉਂਕਿ ਜੋਤ ਦਾ ਕੋਈ ਰੰਗ ਹੀ ਨਹੀਂ ਹੁੰਦਾ। ਇਸ ਕਰਕੇ ਹੇ ਪਰਮਾਤਮਾ ਨਮਸਤੰ ਆਰੰਗੇ, ਤੂੰ ਰੰਗਾਂ ਤੋਂ ਰਹਿਤ ਹੈ। ਹੇ ਪਰਮਾਤਮਾ ਮੈਂ ਤੈਨੂੰ ਨਮਸਕਾਰ ਕਰਦਾ ਵਾਂ। ਨਮਸਤੰ ਆਪੰਗੇ, ਭੰਗ ਹੁੰਦਾ ਨਾਸ਼, ਤੈਨੂੰ ਕੋਈ ਨਾਸ਼ ਨਹੀਂ ਕਰ ਸਕਦਾ। ਦੁਨੀਆ ਨਾਸ਼ਵੰਤ ਹੈ, ਉਹ ਅਬਿਨਾਸ਼ੀ ਹੈ। ਅਬਿਨਾਸ਼ੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਖੋਈ, ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਜਾਂ ਕੀ ਸ਼ਰਨ ਪਿਆ ਸੁਖ ਪਾਈਏ, ਬਹੁੜ ਦੁਖ ਨਾ ਹੋਈ। ਵਡਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ। ਤਿਨ ਕੀ ਧੂਰ ਨਾਨਕ ਦਾਸ ਬਾਛੈ, ਜਿਨ ਹਰ ਨਾਮ ਹਿਰਦੈ ਪਰੋਈ। ਤੂੰ ਅਬਿਨਾਸ਼ੀ ਹੈ, ਤੈਨੂੰ ਕੋਈ ਨਾਸ਼ ਨਹੀਂ ਕਰ ਸਕਦਾ ਪਰਮਾਤਮਾ। ਇਸ ਕਰਕੇ ਤੂੰ ਨਮਸਤੰ ਆ ਭੰਗੇ, ਤੂੰ ਭੰਗ, ਤੈਨੂੰ ਕੋਈ ਨਾਸ਼ ਨਹੀਂ ਕਰ ਸਕਦਾ, ਤੈਨੂੰ ਕੋਈ ਢਾਹ ਨਹੀਂ ਸਕਦਾ, ਤੋੜ ਨਹੀਂ ਸਕਦਾ। ਮੈਂ ਤੈਨੂੰ ਨਮਸਕਾਰ ਕਰਦਾ ਵਾਂ। 16ਵੇਂ ਪਦ ਵਿੱਚ ਨਮਸਤੰ ਅਗਮੇ, ਗਮ ਹੁੰਦਾ ਪਹੁੰਚਣਾ, ਅਗਮੇ ਜਿਹਦੇ ਤੱਕ ਨਾ ਪਹੁੰਚਿਆ ਜਾਏ, ਉਸ ਪਰਮਾਤਮਾ ਤੱਕ ਕੋਈ ਪਹੁੰਚ ਨਹੀਂ ਸਕਦਾ। ਕਿਉਂ? ਤੁਸੀਂ ਕਹੋ ਕਿ ਮੈਂ ਸਾਈਕਲ ਤੇ ਜਾ ਕੇ ਉਸ ਪਰਮਾਤਮਾ ਦੇ ਕੋਲ ਚਲਾ ਜਾਵਾਂ, ਕੋਈ ਕਹੇ ਮੈਂ ਸਕੂਟਰ ਤੇ ਜਾ ਕੇ ਉਹਦੇ ਕੋਲ ਚਲਾ ਜਾਵਾਂ, ਕੋਈ ਕਹੇ ਮੈਂ ਕਾਰ ਤੇ, ਜਾਂ ਕੋਈ ਕਹੇ ਮੈਂ ਰਾਕਟ ਰਾਹੀਂ, ਪਲੇਨ ਰਾਹੀਂ ਉਹਨਾਂ ਕੋਲ ਚਲੇ ਜਾਵਾਂ। ਪਰ ਹੇ ਪਰਮਾਤਮਾ ਤੂੰ ਅਪਹੁੰਚ ਹੈ, ਤੈਨੂੰ ਕੋਈ ਪਾਉਣ ਵਾਸਤੇ ਇਸ ਤਰ੍ਹਾਂ ਪਹੁੰਚਿਆ, ਤੂੰ ਉਹਦੀ ਪਹੁੰਚ ਤੋਂ ਪਰੇ ਹੈ। ਇਹ ਨਹੀਂ ਕਿ ਅਸੀਂ ਹੁਣ ਇੱਥੋਂ ਦੀ ਦਰਬਾਰ ਸਾਹਿਬ ਜਾਣਾ ਹੈ ਤੇ ਅਸੀਂ ਦਰਬਾਰ ਸਾਹਿਬ ਕਿਸੇ ਵੀ ਵਹੀਕਲ ਰਾਹੀਂ ਅਸੀਂ ਪਹੁੰਚ ਸਕਦੇ ਹਾਂ ਨਾ, ਜਾਂ ਪੈਦਲ, ਜਾਂ ਗੱਡੀਆਂ ਰਾਹੀਂ, ਜਾਂ ਪਲੇਨ ਰਾਹੀਂ, ਕਿਵੇਂ ਵੀ। ਪਰ ਪਰਮਾਤਮਾ ਤੇਰਾ ਤੇ ਸਾਨੂੰ ਕੋਈ ਠਿਕਾਣਾ ਹੀ ਨਹੀਂ ਪਤਾ, ਤੇਰੇ ਕੋਲ ਕੋਈ ਨਹੀਂ ਪਹੁੰਚ ਸਕਦਾ। ਤੂੰ ਅਪਹੁੰਚ ਹੈ, ਅਗੰਮੇ ਹੈ। ਤੇਰੀ ਪਹੁੰਚ ਉਹੀ ਪਹੁੰਚ ਸਕਦਾ ਹੈ ਜਿਹੜੇ ਤੇਰੇ ਗੁਣ ਗਾਏਗਾ, ਤੇਰੇ ਵਿੱਚ ਸਮਾ ਸਕਦਾ ਹੈ, ਤੇਰੇ ਵਿੱਚ ਪਹੁੰਚ ਨਹੀਂ ਸਕਦਾ। ਭਾਵ ਕਿ ਤੇਰਾ ਪਾਰਲਾ ਬੰਨਾ ਕੋਈ ਨਹੀਂ ਲੱਭ ਸਕਦਾ। ਤੂੰ ਅਗੰਮੇ ਹੈ, ਮੈਂ ਤੈਨੂੰ ਨਮਸਕਾਰ ਕਰਦਾ ਵਾਂ। ਨਮਸਤਸਤ ਰਮੇ, ਇਸ ਵਰਡ ਨੂੰ ਧਿਆਨ ਦੇਣਾ ਹੈ। ਕਈ ਵਾਰੀ ਕਿਸੇ ਨੇ ਸੰਥਿਆ ਨਹੀਂ ਲਈ ਹੁੰਦੀ ਨਾ, ਤੇ ਉਹ ਅਕਸਰ ਗਲਤੀ ਕਰ ਜਾਂਦਾ ਹੈ। ਉਹ ਪੜ੍ਹਦਾ ਨਮ ਸਤ ਸਤ, ਅੱਖਰ ਨੂੰ ਧਿਆਨ ਨਾਲ ਪੜ੍ਹਨਾ।
ये अखर 5-7 वारी आएगा अगे जाप साहब विच। इस अखर का उच्चारण अगर मैं संधि विच्छेद करांगा तो बड़ा ईजी हो जाएगा। अखर पढ़ना नमस तस्त, दो अखर दो तुसी अखर बना लो दे, नमस तस्त। नमस तस्त रमे, नमस हुंदी है नमस्कार ते तस्त हुंदा है। मनु हे परमात्मा मैं तुम नमस्कार करदा वां, क्यों? नमस्तस्त रमे, तू रमणीक है, बड़ा ही सोहना है तू, तेरा रूप बड़ा सोहना है परमात्मा। तुसी सोचोगे तुसी हुणे कह रहे सी रूप तो होंदा ही नहीं है। जद मैं परमात्मा मैं कुदरत नूं वेखना, मैं किसी हिल स्टेशन ते पहाड़ी ते जाके वेखना वा, उसकी ब्यूटीफुल उसकी सुंदरता नूं वेख के मेरे मुख तो कहना परमात्मा तू बड़ा ही रमणीक है, बड़ा ही सोहना है, तू कित्थे नहीं वसिया होया, बलिहारी कुदरत वसिया, तेरा अंत ना जाई लखिया, तू ते हर जगह वसिया पिया। जद मैं परिवार नूं वेखना, ये परमात्मा तू साडे परमात्मा घर दे सारे जीवां दे विच है, तू बड़ा ही सोहना है। जद मैं किसी सुंदर इंसान नूं वेखना वा, उहदी बनतर नूं वेखना वा, इतना सोहना, गलत नीयत नाल नहीं, मैं उस टाइम परमात्मा वाल ध्यान आंदा, परमात्मा तू इस तरह दे भी सोहने रूपां वाले शरीर पैदा कीते होए ने, मैं तैनूं नमस्कार करना वा। देखो कोई सुंदर चीज़ वेख के उहदे विच लीन नहीं होना, फुल वेख के, फुल की सुंदरता वेख के फुल विच असीं मस्त नहीं होना। ये ध्यान देना कि फुल बनाया किन्ने वे। जिस तरह भाई वीर सिंह कोल कोई ऑफिस विच कोई शरीर आया तो उन्होंने कोई किताब मंगन आया, तो उन्होंने कहा रुको मैं लैके आना अंदरों। अंदर गए तो 2 मिनट किताब चुकनी सी, आए नहीं, 5 मिनट 10 मिनट हो गए। उस वीर ने वेख्या भाई वीर सिंह जी तो आए नहीं, अंदर ही चले गए ने, वो भी पिछे ही चला गया। तो भाई वीर सिंह जी पता की वेख रहे सन, फुल्लां दा गुलदस्ता सी ते ओहदे नाल ही गल्लां कर रहे सन। तो उस वीर ने कहा भाई वीर सिंह जी आस पास से कोई है नहीं, तुसीं गल्लां किहदे नाल कर रहे हो? कहंदे ने मैं बलिहारी कुदरत वसिया, मैं परमात्मा दे इस कुदरत नाल गल्लां कर रहा। हे रब्बा तू फुल्लां विच भी है, इहदी सुंदरता दे विच भी है, इहदी खुशबू दे विच भी है। तो जेड़े नाम जपण वाले होंदे ने वो रब नूं महसूस किसी रूप विच भी कर लैंदे ने। वो अपने घर वाली नूं वेख के भी कर लैंदे ने, अपने बच्चियां नूं वेख के भी कर लैंदे ने, इत्थों तक अपने आप नूं वेख के भी कहंदे ने हे रब्बा अपने अंगां नूं वेख के तू मैनूं इन्ना सोहना बना दिता है, हंकार विच नहीं, मैं तेरा शुक्र करना वा, तू रमणीक है, नमस्तस्त रमे। हे परमात्मा गुरु गोबिंद सिंह महाराज कहंदे ने तू बड़ा ही रमणीक है, मैं तैनूं नमस्कार करदा वां। नमस्तन जलासरे, तू सारा जल है ना, उहदा भी आसरा ते तू ही है ना। देखो 5 तत्तां दा आसरा कौन है? ये जिन्ना जल वेख रहे हो, पानी, अग, धरती, आकाश, ये मिट्टी, इहदा आसरा तू ही है। ये परमात्मा तू जल दा आसरा भी तू है। गुरबाणी पढ़ो ना तो गुरु नानक देव पातशाह कहते ना साचे ते पवना भया, पवने ते जल होए। उस परमात्मे ने सब तो पहला हवा बनाई, हवा तो फिर जल नूं पैदा किया, जल होया, जल ते त्रिभवन साजिया, फिर यह सारी बनस्पति उस परमात्मा ने इस जल तो बनाई है। फिर घट घट जोत समोए, फिर हर घट घट विच ओदी जोत समाई हुई है। भाव की हे परमात्मा जे जल नूं मैं वेखां ते ओदा भी आसरा ते तू ही है ना। हुण कोई नदी अपनी मर्जी नाल ते हड़ नहीं वाह सकदी ना, समुंदर अपनी मर्जी नाल ते लहरां नहीं उत्ते कर सकदा। जदों मैं समुंदर दे कोल जाना वा, तेरियां लहरां वेखना वा, रब्बा कोई शक्ति ते है ना जिहड़ी इह लहरां नूं उत्ते लैके जा रही है, उन्हां दी अपनी होंद ते है ही नहीं। इस करके मैं जदों वेखना हे जल तेरा आसरा कौन है? हुण जिन्ने देखो जिन्ने जिहदी सोच पॉजिटिव है ना, उन्हें रब नूं
उस रूप विच भी देख लेना है। तो जिहदी मेरी वर्गी सोच माड़ी है, ਉਹਦੇ कोई पानी दे हड़ नूं भी ਉਹਨੂੰ, जिस तरह फरीद साहब ने एक बार कहता, फरीदा कंदी वैन न ढाए तो भी लेखा देवना। जद कोई हड़ आ गया तो वह हड़ ने पानी ने कईयां दे घरां नूं ढा दिता। तो फरीद साहब जा रहे सन सिमरन विच, वेख्या उस हड़ ने, उस पानी ने कईयां नूं ढा दिता है। तो फरीद साहब ने कहा, ये नदी तैनूं जरा जिहा भी ध्यान नहीं है, तू सारियां दे घर ढा रही है, जानी माली नुकसान कर रही है। सिमरन सी भगत जी दा, नदी रुक गई, हड़ रुक गया। हुण हड़ ते रुक गया, जाना जान तो भी बच गईयां, घर बार टुटन तो भी बच गए, पर हुण जदों अगे जा रहे ने सिमरन विच नहीं जुड़ पा रहे। ते भगत जी नूं समझ आ गई, उन्होंने नदी कोलों, पानी कोलों माफ़ी मंगी। हे नदी, मैं माफ़ कर दे, तू अपनी रजाई थोड़ा चल रही है, तू तो परमात्मा की रजाई विच चल रहा। पै विच पवन वह सदवाओ, पै विच चलै लख दरियाओ। तू उहदी रजा विच चल रही है, तो मैनू माफ़ कर दे, तेरी जिधर रजा है तू चल भाई। मैं परमात्मा तेरे कीते हुए इस कुदरत दियां खेडां दे विच मैं कुछ नहीं आनाकानी करनी। कदी बारिश होवे, असी कह देने ना बाहर किचड़ हो गया, रब्बा तू की कर रहे हैं। वो भी तो जीव जंतु वेखो जेड़े इस बारिश की इंतज़ार विच ने, पर तेरे सिमरन करके उस बारिश ते रुक गई। जिस तरह माई खीर लैके आई सी ना, ते बारिश वेख के ते माई ने फिर महाराज ने कहा, खीर किदे, कई जीव जंतु ने जिन्हां दे तू करके बारिश रोक दी है। तो फरीद साहब कहते, खरीदा कंदी वैन न ढाए तो भी लेखा देवना। फिर माफ़ी मंगी, जिधर रब रजाए तुदाऊं गो करे। हे मैं नदी, मैं तेरे को माफ़ी मंगनी आ, तेरी मौज जिदा परमात्मा तेनू लैके जांदा, तू जा, मैनू माफ़ कर दे। तो जिन्हें रब दे भगत हुंदे ना, वो की करते ने, वो नदी नाल भी, उहदी कुदरतां नाल भी गल्लां कर लैंदे ने। मैं पानी नाल जोड़न वाली गल नहीं कर रहा, वो पानी की जिहड़ी हरकत वेख के, समुंदर दियां लहरां वेख के वो रब नाल जुड़ जाते हैं। पर साडी बदकिस्मती की, सानू पेड़ ने फल दिता, असीं पेड़ नाल जुड़ गए। हाँ जी, सानू पानी दिता, असीं उहनूं जल देवता बना दिता। किसी ने अग देवता बना दिता। गुरु साहब ने तां ही सानू अग देवता, हुण देखो कई वेदी दे फेरे करते हैं, अग रख के महाराज ने कहा नहीं, तैनूं जागती जोत दे फेरे करावांगा। अग ते उस परमात्मा का एक तत्त है, सानू तत्तां नाल जोड़न नहीं आए गुरु साहब, असी अग नाल जुड़ के फिर जूना भी आना है। गुरु साहब कहते नहीं। हुण देखो कितनी वड्डी गल है, जे असीं गहराई च जाइए तो समा लग जाता है। मारे कहते नमस्तंग जलासरे, ये जल का आसरा कौन है? असी जल की पूजा करन लग पे, पर यह भी ध्यान दो ना, जल नूं आसरा देने वाला कौन है? किसी ने सूरज नूं वेख्या, वो सूरज की पूजा करन लग पिया। पर जेड़े गुरु गोबिंद सिंह महाराज ने फिर सानू दस दिता, भाई उस सूरज नूं नहीं, जिसने सूरज नूं बनाया है, जिसने उन्होंने लाइट दी है, उन्होंने नमस्कार करो। असी उत्थों तक ही रुक गए। असी पिपलों की पूजा करन लग पे, असी जल की पूजा करन लग पे, जल धारे करन लग पे, असी पत्थरां नूं पूजन लग पे, कई तरह दी पूजा असी बना लियां। कोई अग की पूजा कर रहा है। तो गुरु साहब कहते हैं नहीं भाई, जिन्हों ने इन्हां नूं बनाया तू ओहदी पूजा कर, पूजा अकाल की। नमस्तं जलासरे, हे परमात्मा तू जल दा आसरा है, मैं तेनू नमस्कार करदा वां। नमस्तं निरासरे, हे परमात्मा जद मैं वेखना संसार दे विच जिदा कोई आसरा नहीं हुंदा, ओदा तू ते हुन्ना वे ना। तू निआसरियां दा आसरा है। निर्गुण यार ए आणिया, सो प्रभ सदा संभाल, जिन किया तिस चीत रख, नानक निभही नाल। जिदा कोई भी नहीं हुंदा ना, उदा रब ते हुंदा है ना। कदी ना क्या करो मेरा कोई नहीं। ये दुनिया के दो चार रिश्तियां नूं वेख के रब नाल कदी भी शिकवे ना करया करो। रब ते तेरे नाल है। रोज पढ़ते हो सत सो सतगुर प्यारा मेरे नाल है, वो दूर थोड़ी है। अरे तू ही
ਲੋਕਾਂ ਦੇ ਉੱਤੇ ਮਾਣ ਕਰਨਾ ਹੈ, ਤੂੰ ਉਹਨਾਂ ਦੇ ਉੱਤੇ ਫਿਰ ਉਹਨਾਂ ਕੋਲੋਂ ਚੋਟਾਂ ਖਾਣਾ ਹੈ, ਫਿਰ ਆਪਣੇ ਆਪ ਨੂੰ ਨਿਆਸਰਾ ਸਮਝਣਾ ਹੈ। ਪਰ ਹੇ ਪਰਮਾਤਮਾ, ਤੂੰ ਕਿਸੇ ਨੂੰ ਵੀ ਨਿਆਸਰਾ ਨਹੀਂ ਰੱਖਦਾ, ਤੂੰ ਸਭ ਦਾ ਆਸਰਾ ਹੈ, ਤੂੰ ਸਾਰਿਆਂ ਦੀ ਬਾਹ ਫੜਨ ਵਾਲਾ ਹੈ। ਪਰ ਕੋਈ ਫੜਾਏ ਤੇ ਸਹੀ। ਹੁਣ ਕੋਈ ਪੁੱਤਰ ਮਾਂ ਦੀ ਬਾਹ ਫੜੇ ਹੀ ਨਾ ਤੇ ਮਾਂ ਦਾ ਕੀ ਕਸੂਰ ਹੈ? ਦ੍ਰੋਪਦੀ ਨੇ ਜਦ ਤੱਕ ਉਹ ਵੱਡਿਆਂ ਦੇ ਉਸ ਭਰੀ ਸਭਾ ਦੇ ਵਿੱਚ ਬਿਸ਼ੰਬ ਕਈ ਪਾਂਡਵ, 5 ਪਾਂਡਵ ਤੇ ਹੋਰ ਵੱਡੇ ਵੱਡੀ ਹਸਤੀਆਂ ਸਨ, ਉਹਨਾਂ ਤੇ ਮਾਣ ਸੀ ਨਾ, ਤੇ ਫਿਰ ਸਭ ਮਾਣ ਮਿਟ ਗਏ। ਜਦ ਧਿਆਨ ਆਇਆ ਇੱਕ ਰੱਬ ਵੀ ਤੇ ਹੈ ਜਿਹੜੀ ਸਾਡੀ ਸਾਰਿਆਂ ਦੀ ਰੱਖਿਆ ਕਰਦਾ ਹੈ, ਫਿਰ ਯਾਦ ਕੀਤਾ। ਦੱਸੋ ਫਿਰ ਇਤਿਹਾਸ ਤੁਹਾਨੂੰ ਪਤਾ ਹੀ ਹੈ, ਰੱਬ ਨੇ ਆਉਣ ਵਿੱਚ ਦੇਰੀ ਕੀਤੀ, ਸਾਡੇ ਬੁਲਾਉਣ ਵਿੱਚ ਦੇਰੀ ਹੋ ਸਕਦੀ ਹੈ। ਤੂੰ ਇੱਕ ਕਦਮ ਚੱਲ ਤੇ ਸਹੀ, ਚਰਨ ਸਰਨ ਗੁਰ ਇੱਕ ਪੈਂਡਾ ਜਾਏ ਚਾ, ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ। ਕਦੀ ਵੀ ਜ਼ਿੰਦਗੀ ਦੇ ਵਿੱਚ ਕੋਈ, ਮੈਂ ਇੱਕ ਗੱਲ ਮੇਰੀ ਨੋਟ ਕਰ ਲਓ, ਮੈਂ ਆਪਣੇ ਤੇ ਢੁਕਾ ਕੇ ਕਹਿਣਾ, ਜਦੋਂ ਮੈਂ ਦੁਖੀ ਹੋਵਾਂ ਜਾਂ ਤੁਸੀਂ ਦੁਖੀ ਹੋਵੋ ਨਾ, ਸਮਝ ਲੈਣਾ ਗੁਰੂ ਤੋਂ ਭਰੋਸਾ ਉਤਰ ਗਿਆ। ਫਿਰ ਧਿਆਨ ਦੇਣਾ, ਬੰਦਾ ਦੁਖੀ ਉਦੋਂ ਹੀ ਹੋਏਗਾ ਜਦ ਗੁਰੂ ਦੀ ਟੇਕ ਹਟ ਜਾਏਗੀ। ਤਿਸ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ। ਜਿਹੜਾ ਬੰਦਾ ਪਰੇਸ਼ਾਨ ਹੈ, ਮੈਂ ਇਹੀ ਕਹਾਂਗਾ ਉਹਨੂੰ ਰੱਬ ਤੇ ਭਰੋਸਾ ਨਹੀਂ ਹੈ। ਤਾਂ ਗੁਰੂ ਸਾਹਿਬ ਅੱਜ ਇਹੀ ਤੇ ਕਹਿ ਰਹੇ ਨੇ, ਹੇ ਪਰਮਾਤਮਾ ਨਮਸਤੰ ਨਿਰਾਸਰੇ, ਤੂੰ ਸਾਰਿਆਂ ਦਾ ਆਸਰਾ ਹੈ, ਸਭ ਨੂੰ ਆਸਰਾ ਦੇਣ ਵਾਲਾ ਹੈ, ਤੂੰ ਕਿਸੇ ਨੂੰ ਨਿਆਸਰਾ ਨਹੀਂ ਕਰਦਾ, ਤੂੰ ਸਭ ਤੇ ਮਿਹਰ ਭਰਿਆ ਹੱਥ ਰੱਖਣਾ ਹੈ। ਜੋ ਜੋ ਵੀ ਤੈਨੂੰ ਯਾਦ ਕਰਦਾ ਹੈ, ਤੂੰ ਸਭ ਦੀ ਆਸਰੇ ਬਣ ਕੇ ਉਹਨਾਂ ਦੇ ਕਾਰਜ ਰਾਸ ਕਰਨਾ ਹੈ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। 17ਵੀਂ ਪੌੜੀ, ਨਮਸਤੰ ਅਜਾਤੇ, ਹੇ ਪਰਮਾਤਮਾ ਮੈਂ ਤੈਨੂੰ ਨਮਸਕਾਰ ਕਰਦਾ ਵਾਂ, ਤੇਰੀ ਕੋਈ ਜਾਤ ਨਹੀਂ ਹੈ। ਅਸੀਂ ਤੇ ਜਾਤਾਂ ਬਣਾ ਦਿੱਤੀਆਂ, ਫਲਾਣੀ ਜਾਤ ਦਾ ਜੀ, ਫਲਾਣੀ ਜਾਤ ਦਾ ਹੈ। ਅੱਗੋਂ ਮਾਰ ਕਹਿੰਦੇ ਨਮਸਤੰ ਆਪਾਤੇ, ਤੇਰੀ ਕੋਈ ਪਾਤ ਨਹੀਂ ਹੈ, ਕੋਈ ਬਰਾਦਰੀ ਨਹੀਂ, ਗੋਦ ਨਹੀਂ ਹੈ। ਕੋਈ ਕਵੇ ਪਰਮਾਤਮਾ ਕਿਹੜੀ ਜਾਤ ਦਾ ਹੈ, ਇਹ ਸਾਡਾ ਭੁਲੇਖਾ ਹੈ। ਪਰਮਾਤਮਾ ਦੀ ਕੋਈ ਜਾਤ ਨਹੀਂ, ਪਰਮਾਤਮਾ ਨੇ ਤਾਂ ਇੱਕ ਜੀਅ ਪੈਦਾ ਕੀਤੇ ਨੇ, ਅਸੀਂ ਨਾਮ ਰੱਖ ਲਏ। ਇੱਥੋਂ ਤੱਕ ਮੈਂ ਸੋਚਣਾ, ਅਸੀਂ ਗੁਰਦੁਆਰਿਆਂ ਨੂੰ ਹੀ ਵੰਡ ਦਿੱਤਾ ਜਾਤਾਂ ਦੇ ਵਿੱਚ, ਗੋਤਾਂ ਦੇ ਵਿੱਚ। ਇਹ ਰਾਮਗੜੀਆਂ ਦਾ ਗੁਰਦੁਆਰਾ ਹੈ ਜੀ, ਇਹ ਭਾਪਿਆਂ ਦਾ ਗੁਰਦੁਆਰਾ ਹੈ ਜੀ, ਇਹ ਫਲਾਣਿਆਂ ਦਾ ਗੁਰਦੁਆਰਾ ਹੈ। ਤੇ ਗੁਰਦੁਆਰਾ ਤੇ ਗੁਰੂ ਦਾ ਹੋਣਾ ਚਾਹੀਦਾ ਸੀ। ਸਾਡੀ ਮੰਦ ਬੁੱਧੀ ਨੇ, ਛੋਟੀ ਮੱਤ ਨੇ ਰੱਬ ਦੇ ਵੀ ਹਿੱਸੇ ਕਰ ਦਿੱਤੇ। ਪਰਮਾਤਮਾ ਜਦ ਮੈਂ ਵੇਖਣਾ ਤੇਰੀ ਕੋਈ ਬਰਾਦਰੀ ਨਹੀਂ, ਕੋਈ ਜਾਤ ਨਹੀਂ, ਪਾਤ ਨਹੀਂ, ਮਾਨਸ ਕੀ ਜਾਤ ਏਕੇ ਪਹਿਚਾਨਬੋ। ਸਾਡੀ ਤੇ ਜਾਤ ਹੀ, ਅਸੀਂ ਆਪਣੇ ਆਪ ਨੂੰ ਪਤਾ ਨਹੀਂ ਕਿਹੜੀ ਕਿਹੜੀਆਂ ਨਾਮਾਂ ਤੋਂ ਅਸੀਂ ਲੈ ਕੇ ਪੁਕਾਰਨੇ ਆ ਜੀ। ਅਸੀਂ ਅਰੋੜੇ ਹੋਏ ਜੀ, ਅਸੀਂ ਖੱਤਰੀ ਹੋਏ ਜੀ, ਅਸੀਂ ਉਹ ਹੋਏ ਜੀ, ਤੇ ਰੱਬ ਦਾ ਕੌਣ ਹੋਇਆ? ਮੈਂ ਕਹਿੰਦਾ ਇੱਥੋਂ ਤੱਕ ਮੈਨੂੰ ਕਹਿਣ ਦੇਣਾ, ਅੰਮ੍ਰਿਤ ਵੀ ਛਕਣਾ ਹੋਇਆ ਜੀ, ਮੈਂ ਅਖੰਡ ਕੀਰਤਨ ਤੋਂ ਛਕਿਆ ਹੋਵੇ, ਮੈਂ ਦਮਦਮੀ ਟਕਸਾਲ ਤੋਂ ਛਕਿਆ, ਮੈਂ ਸੰਤਾਂ ਕੋਲੋਂ ਛਕਿਆ ਜੀ। ਅਰੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਕਿੰਨੇ ਅੰਮ੍ਰਿਤ ਛਕਿਆ? ਸਾਨੂੰ ਕਹਿਣਾ ਚਾਹੀਦਾ ਅਸੀਂ ਗੁਰੂ ਦਾ ਅੰਮ੍ਰਿਤ ਛਕਿਆ ਹੈ। ਮੈਨੂੰ ਖਿਮਾ ਕਰ ਦੇਣਾ, ਚੋਟ ਲੱਗਦੀ ਹੈ ਜੀ। ਮੈਂ ਅਖੰਡ ਕੀਰਤਨ ਤੋਂ ਛਕਿਆ, ਮੁਬਾਰਕ ਹੈ, ਰਣਧੀਰ ਸਿੰਘ ਜੀ ਸਤਿਕਾਰਯੋਗ ਹੋਏ ਨੇ, ਉਹਨਾਂ ਨੇ ਨਹੀਂ ਕਿਹਾ ਕਿ ਮੇਰੇ ਨਾਮ ਦਾ ਅੰਮ੍ਰਿਤ। ਨਾਨਕ ਅੰਮ੍ਰਿਤ ਇੱਕ ਹੈ, ਦੂਜਾ ਅੰਮ੍ਰਿਤ ਨਹੀਂ। ਅੰਮ੍ਰਿਤ ਦੂਜਾ ਹੈ ਹੀ ਨਹੀਂ। ਚੰਗਾ ਹੁੰਦਾ ਕੋਈ ਪੁੱਛੇ ਅੰਮ੍ਰਿਤ ਕਿੱਥੋਂ ਛਕਿਆ ਜੀ? ਮੈਂ ਗੁਰੂ ਪਾਸੋਂ ਛਕਿਆ, 5 ਪਿਆਰਿਆਂ ਪਾਸੋਂ ਛਕਿਆ। ਚੰਗੀ ਗੱਲ ਤੇ ਹੁੰਦੀ, ਪਰ ਅਸੀਂ ਵੀ ਉਹਦੇ ਵਿੱਚ ਵੀ ਵੰਡੀਆਂ ਪਾ ਦਿੱਤੀਆਂ। ਤਾਂ ਗੁਰੂ ਸਾਹਿਬ ਕਹਿੰਦੇ ਨੇ, ਹੇ ਪਰਮਾਤਮਾ ਤੇਰੀ ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਮੈਂ ਤੈਨੂੰ ਨਮਸਕਾਰ ਕਰਦਾ। ਨਮਸਤੰ ਅਜਾਤੇ, ਨਮਸਤੰ ਆਪਾਤੇ, ਨਮਸਤੰ ਅਮਜਬੇ, ਤੇਰਾ ਕੋਈ ਮਜਬ ਨਹੀਂ ਹੈ। ਅਸੀਂ ਤੇ ਸਿੱਖ ਹਾਂ ਨਾ, ਸਾਨੂੰ ਮਾਣ ਹੈ। ਮੈਂ ਹਿੰਦੂ ਹਾਂ, ਗਰਵ ਸੇ ਕਹੋ ਹਮ ਹਿੰਦੂ ਹੈ ਕਹਿੰਦੇ ਆ ਨਾ। ਮੁਸਲਮਾਨ ਆਪਣੀ ਟੋਨ ਵਿੱਚ ਨੇ, ਯਹੂਦੀ ਆਪਣੀ ਟੋਨ ਵਿੱਚ ਨੇ, ਪਰ ਰੱਬ ਦਾ ਕੋਈ ਮਜਬ ਨਹੀਂ ਜੇ। ਇਹ ਤੇ ਇੱਕ ਰਸਤੇ ਨੇ ਜਾਣ ਵਾਸਤੇ। ਚਲੋ ਸਾਨੂੰ ਇੱਕ ਟਰੈਕ ਮਿਲ ਗਿਆ, ਸਾਨੂੰ ਇੱਕ ਮਰਿਆਦਾ ਮਿਲ ਗਈ।
ਇਹ ਤੇ ਸਾਡੇ ਭਾਗ ਚੰਗੇ ਨੇ, ਗੁਰੂ ਨਾਨਕ ਨੇ ਸਾਨੂੰ ਇੱਕ ਮਰਿਆਦਾ, ਇੱਕ ਓੰਕਾਰ ਦੇ ਨਾਲ ਜੁੜਨ ਦੀ ਦੇ ਦਿੱਤੀ। ਇਹ ਸਾਡੇ ਵੱਡੇ ਭਾਗ ਨੇ। ਪਰ ਪਰਮਾਤਮਾ ਦਾ ਕੋਈ ਮਜ਼ਹਬ ਨਹੀਂ ਜੇ। ਕੋਈ ਕਹੇ ਕਿ ਪਰਮਾਤਮਾ, ਮੁਸਲਮਾਨ ਕਹਿਣ ਕਿ ਉਹ ਪਰਮਾਤਮਾ ਇਸਲਾਮ ਹੈ, ਉਹਨਾਂ ਦੀ ਗਲਤ ਥਿੰਕਿੰਗ ਹੈ। ਅਸੀਂ ਕਹੀਏ ਪਰਮਾਤਮਾ ਸਿੱਖ ਹੈ, ਉਹ ਨਹੀਂ। ਉਹ ਪਰਮਾਤਮਾ ਦਾ ਕੋਈ ਮਜ਼ਹਬ ਹੀ ਨਹੀਂ ਹੈ। ਤੇ ਜਦ ਇਹ ਵੇਖਣਾ, ਗੁਰੂ ਸਾਹਿਬ ਕਹਿੰਦੇ ਨਮਸਤੰ ਆ ਮਜਬੇ, ਮੈਂ ਤੈਨੂੰ ਨਮਸਕਾਰ ਕਰਨਾ ਕਿ ਤੇਰਾ ਕੋਈ ਮਜ਼ਹਬ ਹੀ ਨਹੀਂ ਹੈ, ਤੂੰ ਮਜ਼ਹਬ ਤੋਂ ਰਹਿਤ ਹੈ। ਨਮਸਤਸਤ ਅਜਬੇ, ਉਹੀ ਅੱਖਰ ਦੁਬਾਰਾ, हे ਪਰਮਾਤਮਾ ਤੇਰਾ ਅਚਰਜ ਰੂਪ ਹੈ, ਮੈਂ ਉਹ ਵੇਖ ਕੇ ਨਮਸਕਾਰ ਕਰਦਾ ਵਾਂ। 18ਵੀਂ ਪੌੜੀ, ਆਦੇਸੰ ਆਦੇਸੇ, हे ਪਰਮਾਤਮਾ ਤੂੰ ਹਰ ਦੇਸ਼ਾਂ ਦੇ ਵਿੱਚ ਤੂੰ ਹੀ ਹੈ। ਇਹ ਨਹੀਂ ਕਿ ਇੱਕ ਕੰਟਰੀ ਵਿੱਚ ਹੈ, ਹਰ ਦੇਸ਼ ਵਿੱਚ ਹੈ। ਜਾਂ ਇਹਦਾ ਦੂਜਾ ਅਰਥ ਵੀ ਲੈ ਲਓ, ਹਰ ਦਿਸ਼ਾ ਵਿੱਚ ਤੂੰ ਹੀ ਹੈ। ਜੇ ਉੱਤਰ ਵੱਲ ਵੇਖਣਾ, ਪੂਰਬ ਪੱਛਮ ਦੱਖਣ ਸਭ ਜਗ੍ਹਾ ਤੂੰ ਹੀ ਹੈ। ਮੈਂ ਤੈਨੂੰ ਨਮਸਕਾਰ ਕਰਦਾ ਵਾਂ। ਕਈਆਂ ਨੇ ਕਿਹਾ ਹਰੀ ਦੇਸ਼ ਦੱਖਣ ਕਾ ਵਾਸਾ, ਪੱਛਮ ਅੱਲਾ ਮੁਕਾਮਾ। ਗੁਰੂ ਸਾਹਿਬ ਕਹਿੰਦੇ ਨਹੀਂ, ਦਿਲ ਮੇ ਖੋਜ, ਦਿਲੇ ਮੇ ਖੋਜੋ, ਇਹੀ ਠੋਰ ਮੁਕਾਮਾ। ਤੂੰ ਹੋਰ ਕਿੱਥੇ ਨਾ ਵੇਖ, ਤੇਰੇ ਹਿਰਦੇ ਦੇ ਵਿੱਚ ਹੀ ਰੱਬ ਹੈ। ਉਹ ਹਰ ਦਿਸ਼ਾ ਦੇ ਵਿੱਚ ਹੈ, ਹਰ ਜ਼ਰੇ ਜ਼ਰੇ ਵਿੱਚ ਹੈ। ਮੈਂ ਤੈਨੂੰ ਨਮਸਕਾਰ ਕਰਨਾ। ਨਮਸਤੰ ਆਪੇਸੇ, ਤੇਰਾ ਕੋਈ ਭੇਸ਼ ਨਹੀਂ ਹੈ ਕਿ ਤੂੰ ਧੋਤੀ ਪਾਉਂਦਾ ਹੈ, ਤੂੰ ਪੈਂਟ ਕੋਟ ਪਾਉਂਦਾ ਹੈ, ਤੂੰ ਜਾਂ ਇਸ ਤਰ੍ਹਾਂ ਦੀ ਕੋਈ ਅਲੱਗ ਵੇਸ਼ ਭੂਸ਼ਾ ਹੈ। ਤੂੰ ਭੇਸ਼ ਤੋਂ ਰਹਿਤ ਹੈ, ਕਿਉਂਕਿ ਤੇਰਾ ਰੂਪ ਹੀ ਨਹੀਂ ਹੈ। ਰੂਪ ਨਾ ਰੇਖ ਨਾ ਰੰਗ ਨਾ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ। ਤੂੰ ਜੋਤ ਹੈ, ਤੇ ਜੋਤ ਦਾ ਕੋਈ ਭੇਸ਼ ਨਹੀਂ ਹੁੰਦਾ। ਦੱਸੋ, ਸਾਡੇ ਅੰਦਰੋਂ ਜੋਤ ਨਿਕਲਦੀ ਹੈ। ਤੁਸੀਂ ਸਾਰੇ ਬੈਠੇ ਹੋਵੋਗੇ, ਜਦੋਂ ਘਰ ਦਾ ਕੋਈ ਜੀ ਜਾਂਦਾ ਜਾਂ ਬਾਹਰ ਦਾ ਕੋਈ ਜਾਂਦਾ, ਉਹਦੀ ਜੋਤ ਨਿਕਲਦੀ ਹੈ, ਨਜ਼ਰ ਆਉਂਦੀ ਕਿਸੇ ਨੂੰ? ਉਹੀ ਪਰਮਾਤਮਾ ਹੀ ਹੈ। ਤੇ ਪਰਮਾਤਮਾ ਦਾ ਕੋਈ ਭੇਸ਼ ਹੀ ਨਹੀਂ ਹੈ, ਕੋਈ ਰੂਪ ਨਹੀਂ ਹੈ। ਮੈਂ ਤਾਂ ਨਮਸਕਾਰ ਕਰਨਾ। ਨਮਸਤੰ ਨਿਰਧਾਮੇ, ਤੇਰਾ ਕੋਈ ਧਾਮ ਨਹੀਂ, ਕੋਈ ਠਿਕਾਣਾ ਨਹੀਂ ਕਿ ਰੱਬਾ ਤੂੰ ਇੱਥੇ ਹੋਏਗਾ ਜਾਂ ਇੱਥੇ ਹੋਏਗਾ। ਸਾਰੇ ਠਿਕਾਣੇ ਤੇਰੇ ਨੇ, ਪਰ ਤੇਰਾ ਕੋਈ ਆਪਣਾ ਖਾਸ ਠਿਕਾਣਾ ਨਹੀਂ ਹੈ। ਮੈਂ ਤੈਨੂੰ ਨਮਸਕਾਰ ਕਰਦਾ ਵਾਂ। ਨਮਸਤੰ ਨਿਰਭਾਮੇ, ਵਾਮ, ਵਾਮ ਦਾ ਮਤਲਬ ਹੁੰਦਾ ਖੱਬਾ ਹੱਥ, ਤੇ ਖੱਬਾ ਹੱਥ ਹੁੰਦਾ ਔਰਤ ਦਾ। ਔਰਤ ਮੰਨੀ ਜਾਂਦੀ ਹੈ। ਤੋ ਤੂੰ ਇਸਤਰੀ ਤੋਂ ਵੀ ਰਹਿਤ ਹੈ। ਹੋਏ ਪਰਮਾਤਮਾ, ਮੈਂ ਤੈਨੂੰ ਨਮਸਕਾਰ ਕਰਦਾ ਵਾਂ ਕਿ ਤੂੰ ਨਿਰਭਾਮੇ ਵੇਂ। ਨਮੋ ਸਰਬ, ਨੌਵੀਂ ਬੰਦ ਵਿੱਚ ਮਾਰੇ ਕਹਿ ਰਹੇ, ਨਮੋ ਸਰਬ ਕਾਲੇ। ਨਮੋ ਨਮਸਕਾਰ, ਸਰਬ ਹੁੰਦੇ ਨੇ ਸਾਰੇ, ਕਾਲੇ ਸਭ ਦਾ ਕਾਲ ਤੂੰ ਹੀ ਹੈ। ਔਰ ਕਮਾਲ ਦੀ ਗੱਲ ਹੈ, ਸਾਰਿਆਂ ਦਾ ਕਾਲ ਮੌਤ ਤੂੰ ਹੈ ਰੱਬ। ਤੂੰ ਕਾਲ ਤੋਂ ਪਰੇ ਵੇਂ, ਅਕਾਲ ਹੈ। ਤੇਰੀ ਮੌਤ ਨਹੀਂ ਹੋਣੀ, ਸਾਡੀ ਸਭ ਦੀ ਮੌਤ ਹੋਣੀ ਹੈ। ਅਸੀਂ ਸਭ ਕਾਲ ਦੇ ਹੇਠਾਂ ਵਾਂ। ਹੁਣੇ ਪੜ੍ਹਿਆ, ਰਾਮ ਗਿਓ ਰਾਵਣ ਗਿਓ ਜਾ ਕੋ ਬੋ ਪਰਿਵਾਰ, ਕੋਈ ਵੀ ਕੋ ਨਾਨਕ ਕਿਛ ਥਿਰ ਨਹੀਂ, ਸੁਪਨੇ ਜਿਉ ਸੰਸਾਰ। ਕੋਈ ਥਿਰ ਹੀ ਨਹੀਂ, ਸਭ ਕਾਲ ਦੇ ਵਸ ਨੇ। ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ, ਸਮਾਂ ਪਾ ਕੇ ਸਾਰੇ ਟੁਰ ਗਏ। ਪਰ हे ਪਰਮਾਤਮਾ, ਮੈਂ ਤੈਨੂੰ ਨਮਸਕਾਰ ਕਰਨਾ ਵਾਂ, ਤੂੰ ਅਕਾਲ ਹੈ। ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਤੂੰ ਸਾਰਿਆਂ ਤੇ ਦਇਆ ਕਰਨ ਵਾਲਾ ਹੈ। ਮੈਂ ਤੈਨੂੰ ਨਮਸਕਾਰ ਕਰਦਾ ਵਾਂ। ਤੂੰ ਕੋਈ ਕਿੰਨਾ ਵੀ ਮਾੜਾ ਕੰਮ ਕਰ ਰਿਹਾ ਹੋਵੇ, ਤੂੰ ਦਿਆਲਤਾ ਦਾ ਗੁਣ ਨਹੀਂ ਹਟਾਉਂਦਾ। ਤੂੰ ਸਭ ਤੇ ਫਿਰ ਵੀ ਦਇਆ ਕਰਨਾ। ਕਦੀ ਆਪਣੇ ਹਾਲ ਝਾਤੀ ਮਾਰੀਏ, ਅਸੀਂ ਕਿਤਨੇ ਜੀਵਨ ਵਿੱਚ ਔਗਣ ਕਮਾਏ ਨੇ, ਪਰ ਪਰਮਾਤਮਾ ਨੇ ਫਿਰ ਵੀ ਸਾਡੀ ਲਾਜ ਰੱਖੀ ਹੈ, ਦਇਆ ਕੀਤੀ ਹੈ ਸਾਡੇ ਤੇ। ਨਮੋ ਸਰਬ ਰੂਪੇ, ਸਾਰੇ ਰੂਪਾਂ ਵਿੱਚ ਤੂੰ ਹੈ। ਮੈਂ ਤੈਨੂੰ ਨਮਸਕਾਰ ਕਰਦਾ ਵਾਂ। हे ਪਰਮਾਤਮਾ, ਨਮੋ ਸਰਬ ਭੂਪੇ, ਤੂੰ ਸਾਰਿਆਂ ਤੋਂ ਰਾਜਿਆਂ ਦਾ ਭੂਪ ਹੁੰਦਾ ਰਾਜਾ। ਤੂੰ ਰਾਜਿਆਂ ਦਾ ਰਾਜਨ ਮੇ ਤੂੰ ਰਾਜਾ ਕਹੀਏ, ਭੂਮਨ ਮੇ ਭੂਮਾ। ਤੂੰ ਰਾਜਿਆਂ ਦਾ ਰਾਜਾ ਹੈ, ਸਭ ਤੋਂ ਸ੍ਰੇਸ਼ਟ ਰਾਜਾ ਹੈ। ਦੁਨੀਆ ਦੇ ਰਾਜੇ ਕੁਝ ਸਮੇਂ ਬਾਅਦ ਪ੍ਰਧਾਨ ਮੰਤਰੀ ਆਉਂਦੇ, ਰਾਸ਼ਟਰਪਤੀ ਆਉਂਦੇ, ਸਮਾਂ ਪਾ ਕੇ ਸਭ ਟੁਰ ਗਏ। ਪਰ ਪਰਮਾਤਮਾ, ਤੇਰੇ ਤੋਂ ਵੱਡਾ ਕੋਈ ਰਾਜਾ ਨਹੀਂ ਹੈ। ਤੂੰ ਸਭ ਤੋਂ ਵੱਡਾ ਰਾਜਾ ਹੈ। ਮੈਂ ਤਾਂ ਨਮਸਕਾਰ ਕਰਦਾ। 20ਵੀਂ ਪੌੜੀ, ਨਮੋ ਸਰਬ ਖਾਪੇ। हे ਪਰਮਾਤਮਾ, ਤੂੰ ਖਪਾਉਣ ਵਾਲਾ ਨਹੀਂ ਹੈ, ਖਤਮ ਹੋਣ ਵਾਲਾ ਨਹੀਂ ਹੈ। ਤੂੰ ਜੁਗਾਂ ਤੋਂ ਤੂੰ ਹੀ ਸੀ, ਹੁਣ ਵੀ ਹੈ, ਅਗਾਂਹ ਵੀ ਤੂੰ ਹੀ ਰਹੇਗਾ। ਦੁਨੀਆ ਖੱਪ ਮਰ ਗਈ, ਬਣੀ ਚਲੀ ਗਈ, ਪਰ हे ਪਰਮਾਤਮਾ, ਤੂੰ ਖੱਪ ਨਹੀਂ ਸਕਦਾ। ਤੂੰ ਕਦੀ ਵੀ ਖਤਮ ਨਹੀਂ ਹੋ ਸਕਦਾ। ਮੈਂ ਤੈਨੂੰ ਨਮੋ ਸਰਬ ਖਾਪੇ, ਮੈਂ ਤੈਨੂੰ ਨਮਸਕਾਰ ਕਰਦਾ ਵਾਂ। ਨਮੋ ਸਰਬ ਥਾਪੇ,
ਤੈਨੂੰ ਥਾਪ ਨਹੀਂ ਸਕਦੇ। ਇਹ ਬਾਰ-ਬਾਰ ਅੱਖਰ ਆਇਆ ਨਾ, ਜਾਪ ਹੈ। ਤੋ ਮਹਾਰਾਜ ਕਹਿੰਦੇ ਤੈਨੂੰ ਕੋਈ ਥਾਪ ਨਹੀਂ ਸਕਦਾ, ਮੈਂ ਤਾਂ ਨਮਸਕਾਰ ਕਰਦਾ ਵਾਂ। ਨਮੋ ਸਰਬ ਕਾਲੇ, ਤੂੰ ਸਾਰਿਆਂ ਦਾ ਕਾਲ ਵੀ ਹੈ, ਸਭ ਨੂੰ ਮੌਤ ਦੂੰ, ਸਭ ਦੇਣ ਵਾਲਾ ਤੂੰ ਹੀ ਹੈ। ਤੂੰ ਚਾਹਵੇਂ ਜਦੋਂ ਮਰਜ਼ੀ ਪੈਦਾ ਕਰ ਦੇ, ਜਦੋਂ ਮਰਜ਼ੀ ਉਹਨਾਂ ਜੀਆਂ ਨੂੰ ਫਿਰ ਉਹਨਾਂ ਨੂੰ ਖਤਮ ਕਰ ਦੇ। ਰੋਜ਼ ਪੜ੍ਹਨੇ ਆ ਜਬ ਉਦ ਕਰ ਕਰਾ ਕਰਤਾਰਾ, ਪ੍ਰਜਾ ਧਰਤ ਤਵ ਦੇ ਅਪਾਰਾ। ਜਦੋਂ ਚਾਹਵੇ ਉਹ ਪ੍ਰਜਾ ਸਾਰੀ ਪੈਦਾ ਕਰਕੇ ਉਹ ਜੀਵਾਂ ਨੂੰ ਪੈਦਾ ਕਰ ਦਿੰਦਾ। ਜਬ ਆ ਕਰ ਕਰਤ ਹੋ ਕਬੂ, ਜਦੋਂ ਮੋਜ ਹੀ ਚਾਹੁੰਦਾ ਇਸ ਨੂੰ ਇਕੱਠਾ ਕਰਨਾ ਚਾਹੁੰਦਾ ਹੈ। ਜਬ ਆ ਕਰ ਕਰਤੋ ਕਬੂ ਤੁਮ ਮੈਂ ਮਿਲਤ ਦੇ ਤਰ ਸਭੂ, ਸਾਰਿਆਂ ਨੂੰ ਆਪਣੇ ਨਾਲ ਮਿਲਾ ਵੀ ਲੈਣਾ ਹੈ। ਤੈਨੂੰ ਸਮਾਂ ਨਹੀਂ ਲੱਗਦਾ। ਸਾਨੂੰ ਕੋਈ ਚੀਜ਼ ਬਣਾਉਣੀ ਹੋਵੇ ਬੜਾ ਸਮਾਂ ਲੱਗਦਾ ਹੈ। ਪਰਮਾਤਮਾ ਤੈਨੂੰ ਬਣਾਉਣ ਵਿੱਚ ਔਰ ਉਹਨੂੰ ਭੰਨਣ ਵਿੱਚ ਸਮਾਂ ਨਹੀਂ ਲੱਗਦਾ, ਕਿਉਂਕਿ ਖਿਨ ਮੇ ਥਾਪ ਉਥਾਪਣ ਹਾਰਾ। ਤੂੰ ਖਿਨ ਵਿੱਚ ਤੇ ਬਣਾ ਦੇਣਾ ਬੰਦਿਆਂ ਨੂੰ, ਤੇ ਖਿਨ ਵਿੱਚ ਉਹਨਾਂ ਨੂੰ ਉਜਾੜ ਵੀ ਸਕਣਾ, ਕਿਉਂਕਿ ਤੇਰੇ ਕੋਲ ਸਮਰੱਥਾ ਹੈ। ਇਸ ਕਰਕੇ ਨਮੋ ਸਰਬ ਕਾਲੇ, ਮੈਂ ਤਾਂ ਨਮਸਕਾਰ ਕਰਨਾ ਵਾ, ਕਿਉਂਕਿ ਤੂੰ ਸਭਨਾਂ ਦਾ ਕਾਲ ਹੈ। ਨਮੋ ਸਰਬ ਪਾਲੇ, ਤੂੰ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ। ਕੋਈ ਨਾ ਕਿਹਾ ਕਰੋ ਕਿ ਫਲਾਣਾ ਮੇਰੀ ਪਾਲਣਾ ਕਰ ਰਿਹਾ ਹੈ, ਇਹ ਨਾ ਹੁੰਦਾ ਤੇ ਮੈਂ ਨਾ ਹੁੰਦਾ। ਇਹ ਕੰਮ ਨਹੀਂ। ਕੋਈ ਜੀ ਕਿਸੇ ਦੀ ਪਾਲਣਾ ਨਹੀਂ ਕਰ ਸਕਦਾ। ਤੁਸੀਂ ਕਿਸੇ ਘਰ ਦੀ ਰੋਟੀ 1 ਮਹੀਨਾ 2 ਮਹੀਨੇ ਸਾਲ ਚਲਾ ਲੋਗੇ, ਸਾਰੀ ਉਮਰ ਦੀ ਗਰੰਟੀ ਤੇ ਪਰਮਾਤਮਾ ਹੀ ਦਿੰਦਾ ਹੈ। ਕਿਉਂਕਿ ਸਭਨਾ ਜੀਆਂ ਕਾ ਇੱਕ ਦਾਤਾ ਸੋਮੇ ਵਿਸਰ ਨਾ ਜਾਈ, ਉਹ ਸਭ ਦੀ ਪਾਲਣਾ ਕਰਨ ਵਾਲਾ ਹੈ। ਜਿਸ ਦਿਨ ਤੈਨੂੰ ਇਹ ਗੱਲ ਦੀ ਸਮਝ ਆ ਗਈ ਕਿ ਉਹ ਦੇਣ ਵਾਲਾ ਉਹ ਹੈ, ਕਿਉਂਕਿ ਦੇਖੋ ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੇ ਤਿਸ ਦੇਈ। ਜਿਹਨੂੰ ਉਹ ਚਾਵੇ ਉਹਨੂੰ ਦਾਤ ਦਿੰਦਾ। ਨਾਨਕ ਨਾਮ ਰਤੇ ਸੁਖ ਪਾਇਆ, ਦਰਗਹਿ ਜਾਪੇ ਸਈ। ਜਿਹਨੂੰ ਉਹ ਦਾਤ ਦੇਣਾ ਚਾਵੇ ਉਹਨੂੰ ਹੀ ਦਿੰਦਾ ਹੈ। ਭਾਵ ਕਿ ਉਹ ਦਾਤ ਸਿਰਫ ਪਰਮਾਤਮਾ ਦੇ ਹੱਥ 'ਚ, ਹੋਰ ਕਿਸੇ ਦੇ ਹੱਥ ਨਹੀਂ। ਤੋ ਮਾਰੇ ਕਹਿੰਦੇ ਨੇ ਨਮੋ ਸਰਬ ਪਾਲੇ, ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ ਪਰਮਾਤਮਾ ਤੁਸੀਂ ਹੋ, ਮੈਂ ਤੁਹਾਨੂੰ ਨਮਸਕਾਰ ਕਰਦਾ ਹਾਂ। ਸੋ ਅੱਜ 20 ਪੌੜੀਆਂ ਤੱਕ ਮਹਾਰਾਜ ਨੇ ਕਿਰਪਾ ਕਰਕੇ ਸੇਵਾ ਲਈਏ। ਇਹ ਗੁਰੂ ਸਾਹਿਬ ਦਾ ਸਾਡੇ 'ਤੇ ਤਰਸ ਹੈ, ਜੋ ਮਹਾਰਾਜ ਬਿਠਾ ਕੇ ਇਸ ਅਲਭਗ ਜੀਵ ਨੂੰ, ਜਿਹਨੂੰ ਬੋਲਣਾ ਨਹੀਂ